ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ ਡੇਟ ਹੈਗੀ ਹੈ 11 ਅਕਤੂਬਰ 2016, 26 ਅਸੂ ਨਾਨਕ ਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਦੇ ਜਿਹੜੇ ਪਹਿਲੇ ਇਸ਼ੂ ਹੈਗੇ ਨੇ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਤਾਂ ਆਲਮੋਸਟ ਸਾਰਾ ਦਿਨ ਹੀ ਲੰਘ ਗਿਆ। ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਬਾਹਰ ਮੁਰਦਾਬਾਦ ਜ਼ਿੰਦਾਬਾਦ ਕਰਦੇ ਹਾਂ। ਔਰ ਜਿਵੇਂ ਅਸੀਂ ਪਹਿਲਾਂ ਅਨਾਉਂਸ ਕੀਤਾ ਸੀ ਕਿ ਅੱਜ UN ਹੈੱਡਕੁਆਰਟਰ ਦੇ ਬਾਹਰ ਜਿਹੜੀ ਹੈ ਇੱਕ ਰੈਲੀ ਹੈ, ਔਰ ਰੈਲੀ ਦਾ ਮੁੱਖ ਮਕਸਦ ਜਿਹੜਾ ਮਾਹੌਲ ਭਾਰਤ ਦੇ ਜੰਗਬਾਜ਼ਾਂ ਨੇ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਹੀ ਨਹੀਂ ਬਣਾਇਆ, ਸਗੋਂ ਇਨ ਦਾ ਕੰਟਰੀ ਸਾਈਡ ਬਾਰਡਰ ਏਰੀਆਜ਼ ਔਰ ਕੁੱਲ ਮੀਡੀਆ ਦੇ ਵਿੱਚ ਇੱਕ ਪੂਰਾ ਜੰਗ ਵਿੱਢਿਆ ਹੋਇਆ ਜੀ। ਔਰ ਜਿਸ ਕਿਸਮ ਦੇ ਹਾਲਾਤ ਪਹਿਲਾਂ ਜਿਹੜਾ ਇਹਨਾਂ ਨੇ ਖੁਦ ਡਰਾਮੇਬਾਜ਼ੀਆਂ ਕੀਤੀਆਂ ਉੜੀ ਦੇ ਬਹਾਨੇ ਨਾਲ, ਫਿਰ ਸਰਜੀਕਲ ਸਟ੍ਰਾਈਕਸ ਦਾ ਇੰਨਾ ਕਰੌੜਾ ਪਾਇਆ, ਉਹ ਸਟ੍ਰਾਈਕ ਜਿਹੜੇ ਹੋਏ ਨਹੀਂ। ਲੇਕਿਨ ਇਸ ਕਿਸਮ ਦਾ ਮਾਹੌਲ ਜੀ ਸਾਨੂੰ ਅਮਰੀਕਾ ਨੇ ਹਮਾਇਤ ਕਰ ਦਿੱਤੀ ਹੈ, ਰੂਸ ਨੇ ਕਰ ਦਿੱਤੀ ਹੈ, ਚੀਨ ਨੇ ਵੀ ਕਰ ਦਿੱਤੀ ਹੈ। ਜੇ ਤੁਸੀਂ ਝੂਠ ਹੀ ਬੋਲਣਾ ਹੈ ਤੇ ਫਿਰ ਉਹਦੇ 'ਚ ਤਾਂ ਕੋਈ ਇਹ ਲਿਮਿਟ ਨਹੀਂ ਰੱਖਦੇ। ਜਿਵੇਂ ਕਹਿੰਦੇ ਨੇ ਜੀ, ਜੇ ਗੱਲਾਂ ਦਾ ਕੜਾਹ ਬਣਾਉਣਾ ਤੇ ਫਿਰ ਘਿਓ ਘੱਟ ਕਿਉਂ ਪਾਉਣਾ, ਫਿਰ ਤਾਂ ਪਾਈ ਜਾਓ, ਕਿਉਂਕਿ ਬਣਾਉਣਾ ਤਾਂ ਗੱਲਾਂ ਦਾ ਹੀ ਹੈ ਕੜਾ ਜੀ। ਸੋ ਇਸ ਮਾਹੌਲ ਦੇ ਵਿੱਚ ਬੇਸ਼ੱਕ ਅਸੀਂ ਆਪਣੇ ਟੀਵੀ 84 ਦੇ ਪਲੇਟਫਾਰਮ ਤੋਂ ਔਰ ਦੂਸਰੇ ਮੀਡੀਆ ਰਾਹੀਂ ਵੀ ਸਿੱਖ ਕੌਮ, 30 ਮਿਲੀਅਨ ਸਿੱਖ ਕੌਮ ਜਿਹੜੀ ਕਿ ਸੈਂਡਵਿਚ ਹੈ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ, ਉਸ ਦਾ ਇਸ ਮੁੱਦੇ ਤੇ ਕੀ ਸਟੈਂਡ ਹੈ ਉਹਨੂੰ ਅਸੀਂ ਪੂਰੀ ਤਰ੍ਹਾਂ ਬੇਨਕਾਬ ਕੀਤਾ। ਮੋਦੀ ਦਾ ਉੜੀ ਡਰਾਮਾ ਔਰ ਜੋ ਇਹਨਾਂ ਦਾ ਇਸ ਬਹਾਨੇ ਦੇ ਨਾਲ ਪਾਕਿਸਤਾਨ ਨੂੰ ਡੀਸਟੈਬਲਾਈਜ਼ ਕਰਨ ਦੀ ਲਾਈਨ, ਜਿਹਦੇ 'ਚ ਉਹਨਾਂ ਨੇ ਜਿਵੇਂ ਬਲੋਚਿਸਤਾਨ ਦੀ ਗੱਲ, ਗਿਲਗਿਤ ਦੀ ਗੱਲ, ਆਜ਼ਾਦ ਕਸ਼ਮੀਰ ਦੀ ਗੱਲ, ਇਹ ਸਾਰੀਆਂ ਡਰਾਮੇਬਾਜ਼ੀਆਂ ਕੀਤੀਆਂ ਔਰ ਪੂਰਾ ਫੁੱਲ ਸਕੇਲ ਇਹਨਾਂ ਦਾ ਜਿਹੜਾ ਪ੍ਰੋਪੇਗੈਂਡਾ ਹੈ ਉਹ ਗਲੋਬਲੀ ਚੱਲ ਰਿਹਾ। ਔਰ ਉਹਨਾਂ ਨੇ ਡਿਕਲੇਅਰਡਲੀ ਕਿਹਾ ਜੀ ਅਸੀਂ ਪਾਕਿਸਤਾਨ ਨੂੰ ਆਈਸੋਲੇਟ ਕਰਨਾ ਹੈ, ਇਹਨੂੰ ਟੈਰਰਿਸਟ ਸਟੇਟ ਐਲਾਨਣਾ ਹੈ, ਜਿਸ ਦੇ ਲਈ ਇਹਨਾਂ ਦੇ ਪ੍ਰੋ ਇੰਡੀਆ ਜਿਹੜੇ ਇੰਡੋਫਾਈਲ ਦੋ ਕਾਂਗਰਸਮੈਨ ਨੇ, ਡਾਨਾ ਅਰੋੜਾ ਬਾਕਰ ਔਰ ਦੂਸਰੇ ਤੋਂ ਰਾਹੀਂ ਇਹਨਾਂ ਨੇ ਜਿਹੜਾ ਉਹ ਮੂਵ ਵੀ ਕਰਵਾਇਆ ਲੈਜਿਸਲੇਸ਼ਨ। ਹਾਲਾਂਕਿ ਉਹਦੀ ਕੋਈ ਵਕਤ ਨਹੀਂ। ਫਿਰ ਪਾਕਿਸਤਾਨ ਨੂੰ ਟੈਰਰਿਸਟ ਸਟੇਟ ਐਲਾਨਣ ਦੀ ਜਿਹੜੀ ਜਾਲੀ ਦਸਤਖਤਾਂ ਦੇ ਨਾਲ ਫਰੈਡੂਲੈਂਟ ਸਿਗਨੇਚਰਸ ਵਾਲੀ ਜਿਹੜੀ ਹੈ ਪੈਟੀਸ਼ਨ ਕੀਤੀ, ਜਿਹੜੀ ਕਿ ਵਾਈਟ ਹਾਊਸ ਨੇ ਪੁੱਲ ਡਾਊਨ ਕਰ ਦਿੱਤੀ, ਕਿਉਂਕਿ ਉਹਨਾਂ ਨੇ ਲੱਭ ਲਿਆ ਵੀ ਇਹ ਫਰੈਡੂਲੈਂਟ ਪਾਰਟ ਹੈ। ਪਰ ਇਸ ਸਾਰੇ ਦੇ ਵਿੱਚ ਇੱਕ ਗੱਲ ਜਿਹੜੀ ਕਿ ਡਾਇਰੈਕਟ ਸਫਰਿੰਗ ਪੰਜਾਬ ਦੇ ਵਿੱਚ ਹੋਈ, ਉਹ ਸੀ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਾਜ਼ਿਲਕਾ ਔਰ ਫਿਰੋਜ਼ਪੁਰ ਦੇ 1000 ਪਿੰਡਾਂ ਚੋਂ 10 ਲੱਖ ਤੋਂ ਜ਼ਿਆਦਾ ਲੋਕਾਂ ਦਾ ਉਜਾੜ ਹੈ। ਔਰ ਦੂਸਰੀ ਪੋਪੂਲੇਸ਼ਨ ਦੇ ਵਿੱਚ ਇੱਕ ਪੈਨਿਕ, ਜਿਹਨੂੰ ਈਵਨ BBC ਨੇ ਵੀ ਰਿਪੋਰਟ ਕੀਤਾ ਹੈ ਕਿ ਜੀ ਉੱਥੇ ਲੋਕਾਂ ਦੇ ਵਿੱਚ ਬਹੁਤ ਪੈਨਿਕ ਹੈ ਜੀ। ਔਰ ਇਸ ਸਾਰੇ ਦੇ ਵਿੱਚ ਬੇਸ਼ੱਕ ਬਾਕੀ ਜਿਹੜੇ ਤਰੀਕਿਆਂ ਦੇ ਨਾਲ ਅਸੀਂ ਆਪਣੀ ਆਵਾਜ਼ ਉਠਾਉਂਦੇ ਰਹੇ, ਪਰ ਇਹ ਇੱਕ ਜ਼ਰੂਰੀ ਪਾਰਟ ਹੁੰਦਾ ਹੈ ਕਿ ਕੁਝ ਚੀਜ਼ਾਂ ਇੰਟਰਨੈਸ਼ਨਲ ਫੋਰਮ ਦੇ ਵਿੱਚ, ਕਿਉਂਕਿ ਯੂਨਾਈਟਿਡ ਨੇਸ਼ਨਸ 193 ਦੇਸ਼ਾਂ ਦੀ ਨੁਮਾਇੰਦਾ ਸੰਸਥਾ ਹੈ, ਕਿ ਉੱਥੇ ਤੱਕ ਆਪਣੀ ਗੱਲ ਜ਼ਰੂਰ ਪਹੁੰਚਾਈ ਜਾਏ ਕਿ 30 ਮਿਲੀਅਨ ਸਿੱਖ ਨੇਸ਼ਨ ਇਹਨਾਂ ਜੰਗਬਾਜ਼ਾਂ ਨੂੰ, ਭਾਰਤ ਦੇ ਹਿੰਦੂ ਤਵੀ ਜਿਹੜੇ ਨੇ, ਇਹਨਾਂ ਨੂੰ ਰੋਕਣ ਦੀ ਅਪੀਲ ਕਰਦਾ ਹੈ, ਦਰਖਾਸਤ ਕਰਦਾ, ਔਰ ਉਹਦੇ ਲਈ ਤੁਸੀਂ ਰੈਲੀ ਦਾ ਸਹਾਰਾ ਲੈਂਦੇ ਹੋ ਜੀ। ਔਰ ਇਸ ਦਾ ਮੈਂ ਸਮਝਦਾ ਹਾਂ ਕਿ ਕ੍ਰੈਡਿਟ 6 ਫॉर ਜਸਟਿਸ ਨੂੰ ਜਾਂਦਾ ਹੈ ਕਿ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਪਹਿਲ ਕਦਮੀ ਕੀਤੀ। ਬੇਸ਼ੱਕ ਸਹਿਯੋਗ ਸਾਰੀਆਂ ਜਥੇਬੰਦੀਆਂ ਨੇ ਕੀਤਾ ਔਰ ਅੱਜ ਦੀ ਇਸ ਰੈਲੀ ਦੇ ਵਿੱਚ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਤੋਂ ਵਿਸ਼ੇਸ਼ ਤੌਰ ਤੇ ਬੱਸ ਆਈ ਔਰ ਬਾਕੀ ਵੀ ਸਾਰੀਆਂ ਜਥੇਬੰਦੀਆਂ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਸਿੱਖ ਯੂਥ ਆਫ ਅਮਰੀਕਾ ਹੈ, ਉਹਨਾਂ ਸਾਰਿਆਂ ਨੇ ਸਹਿਯੋਗ ਕੀਤਾ। ਹੋਰ ਅਲੱਗ-ਅਲੱਗ ਔਰ ਟੀਵੀ 84 ਦੀ ਟੀਮ ਨੇ ਵੀ ਇਸ ਨੂੰ ਜਿਹੜਾ ਕਵਰ ਕੀਤਾ ਔਰ ਅੱਜ ਜਿਹੜਾ 9 ਤੋਂ 10 ਤੱਕ ਦਾ ਸਲੋਟ ਹੈ ਉਸ ਦੇ ਵਿੱਚ ਇਹ ਪੂਰਾ ਪ੍ਰੋਟੈਸਟ ਦਾ ਜਿਹੜੀ ਕਵਰੇਜ ਹੈ ਉਹ ਦਿਖਾਈ ਜਾਏਗੀ। ਔਰ ਇਹਦੇ ਨਾਲ ਹੀ ਅਸੀਂ ਇਸ ਮੁੱਦੇ ਤੇ ਅੱਗੇ ਗੱਲ ਕਰਨ ਤੋਂ ਪਹਿਲਾਂ ਇਹ ਜਿਹੜੀ ਹੈ ਖੁਸ਼ਖਬਰੀ ਵੀ ਦੇਣਾ ਚਾਹੁੰਦੇ ਕਿ HD ਜਿਹੜਾ ਹੈ ਇਸ ਦੇ ਫਾਰਮੈਟ ਤੇ ਹੁਣ ਦੇ ਵਿੱਚ ਹੁਣ ਫੇਸਬੁੱਕ ਦੇ ਉੱਤੇ ਅੱਜ ਜਿਹੜਾ ਪ੍ਰੋਗਰਾਮ ਸਾਡੇ ਦਰਸ਼ਕ ਦੇਖ ਰਹੇ ਨੇ ਉਹ HD ਫਾਰਮੈਟ 'ਚ ਹੈ ਔਰ ਅੱਜ ਪਹਿਲਾ ਦਿਨ ਹੈ। ਹੋ ਸਕਦਾ ਥੋੜਾ ਬਹੁਤ ਬਫਰਿੰਗ ਦਾ ਜਾਂ ਦੂਸਰਾ ਹੋਏ,
ਲੇਕਿਨ ਅਸੀਂ ਆਸ ਕਰਦੇ ਹਾਂ ਕਿ ਇਸ ਦੇ ਨਾਲ ਕਲੈਰਿਟੀ ਵੀ ਵਧੀ ਹੈ ਔਰ ਦਰਸ਼ਕ ਇਸ ਦਾ ਹੋਰ ਵੀ ਭਰਪੂਰ ਆਨੰਦ ਮਾਣ ਸਕਣਗੇ ਔਰ ਜਿਹੜੀ ਪ੍ਰੋਟੈਸਟ ਦੀ ਕਵਰੇਜ ਹੈ ਉਹ ਵੀ HD ਫਾਰਮੈਟ ਦੇ ਵਿੱਚ ਹੋਏਗੀ। ਇਹ ਸਾਰੇ ਚੋਂ ਜਿਹੜਾ ਪਾਰਟ ਜਿਵੇਂ ਅੱਜ ਨਾ ਸਿਰਫ ਸਿੱਖ ਜਥੇਬੰਦੀਆਂ ਚਾਰਜ ਫੇਰੇ ਔਰ ਸਿਰਫ ਨਿਊਯਾਰਕ ਨਿਊ ਜਰਸੀ ਤੱਕ ਮਹਿਦੂਦ ਨਹੀਂ ਹੈ, ਟੋਰਾਂਟੋ ਤੋਂ ਸਿੱਖ ਨੁਮਾਇੰਦੇ ਆਏ ਹੋਏ ਸਨ, ਕੈਲੀਫੋਰਨੀਆ ਤੋਂ, ਸ਼ਿਕਾਗੋ ਤੋਂ, ਪੈਨਸਿਲਵੇਨੀਆ ਤੋਂ ਔਰ ਇਸ ਸਾਰੇ ਦਾ ਜਿਹੜਾ ਉੱਥੇ ਉਤਸ਼ਾਹ ਸੀ ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਸੀ ਔਰ ਬਹੁਤ ਚੰਗੀ ਗੱਲ ਰਹੀ ਕਿ ਦੋ ਜਿਹੜੀਆਂ ਗਲੋਬਲ ਵੱਡੀਆਂ ਨਿਊਜ਼ ਏਜੰਸੀਜ਼ ਨੇ, ਐਸੋਸੀਏਟਿਡ ਪ੍ਰੈਸ ਔਰ ਰਾਈਟਰ, ਜਿਹਨੂੰ ਲਿਖਿਆ ਤਾਂ ਰਿਊਟਰ ਜਾਂਦਾ ਹੈ ਪਰ ਉਹਨੂੰ ਰਾਈਟਰ ਕਰਕੇ ਪ੍ਰੋਨਾਊਂਸ ਹੁੰਦਾ ਹੈ, ਉਹਨਾਂ ਦੋਨਾਂ ਦੇ ਹੀ ਜਿਹੜੇ ਨੇ ਰਿਪੋਰਟਰ ਔਰ ਕੈਮਰਾਮੈਨ ਉੱਥੇ ਮੌਜੂਦ ਸੀ। ਉਹਨਾਂ ਨੇ ਸਟੋਰੀ ਤਾਂ ਕੀਤੀ ਹੈ। ਦੇਖੋ ਕਿਉਂ ਜਦੋਂ ਇਸ ਲੈਵਲ ਦੀਆਂ ਜਿਹੜੀਆਂ ਨੇ ਨਿਊਜ਼ ਏਜੰਸੀਜ਼ ਆਉਂਦੀਆਂ ਫਿਰ ਹੁੰਦਾ ਹੈ ਕਿ ਆਟੋਮੈਟਿਕਲੀ ਹੰਡਰਡਸ ਆਫ ਜਿਹੜੀਆਂ ਪਬਲੀਕੇਸ਼ਨਸ ਨੇ ਜਾਂ ਈਵਨ ਇਲੈਕਟ੍ਰੋਨਿਕ ਮੀਡੀਆ ਉਹਨੂੰ ਕੈਰੀ ਕਰਦਾ ਔਰ ਸਾਡੇ ਲਈ ਇਹ ਖੁਸ਼ੀ ਦੀ ਗੱਲ ਸੀ ਕਿ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਪ੍ਰੈਜ਼ੀਡੈਂਟ ਰਾਜ਼ਾ ਰਜ਼ਾਕ, ਉਹਨਾਂ ਨੂੰ ਕੱਲ੍ਹ ਹੀ ਮੈਂ ਜਦੋਂ ਵਾਪਸ ਗਿਆ ਤਾਂ ਉਹਨਾਂ ਦੀ ਕਾਲ ਸੀ। ਉਹਨਾਂ ਨੇ ਕਿਹਾ ਜੀ ਮੈਂ ਕੋਸ਼ਿਸ਼ ਕਰਾਂਗਾ ਆਉਣ ਦੀ। ਉਹ ਨਾ ਸਿਰਫ ਆਏ ਟਾਈਮ ਸਿਰ ਬਲਕਿ ਲਗਭਗ ਪੂਰੇ 3 ਘੰਟੇ ਉੱਥੇ ਰਹੇ। ਉਹਨਾਂ ਨੇ ਐਡਰੈਸ ਵੀ ਕੀਤਾ ਰੈਲੀ ਨੂੰ। ਪਰ ਜਿਹੜਾ ਬਹੁਤ ਵਧੀਆ ਕੰਮ ਸੀ ਕਿ ਉਹਨਾਂ ਨੇ ਨਾਲੋਂ ਨਾਲ ਜਿਹੜੇ ਨੇ ਛੋਟੇ ਉਸ ਦੇ ਬਣਾ ਕੇ ਉਹ ਪਾਕਿਸਤਾਨੀ ਮੇਨ ਸਟ੍ਰੀਮ ਮੀਡੀਆ ਨੂੰ ਉਹਨਾਂ ਨੇ ਭੇਜੇ ਔਰ ਨਤੀਜੇ ਦੇ ਤੌਰ ਤੇ ਜਿਵੇਂ ਉੱਥੇ ਖੜੇ ਉਹ ਦੱਸ ਰਹੇ ਸੀ ਕਿ ਪਾਕਿਸਤਾਨ ਦੇ ਸਾਰੇ ਚੈਨਲਸ ਦੇ ਉੱਤੇ ਇਹ ਖਬਰ ਚੱਲ ਰਹੀ ਹੈ। ਸੋ ਮੈਂ ਸਮਝਦਾ ਵੀ ਅੱਜ ਮੀਡੀਆ ਦਾ ਜ਼ਮਾਨਾ ਹੈ ਔਰ ਜਿਹੜੀ ਟਾਈਮਿੰਗ ਹੈ ਕਿਉਂਕਿ ਹਰ ਮਿੰਟ ਬਾਅਦ ਨਵੀਂ ਖਬਰ ਹੁੰਦੀ ਹੈ। ਸੋ ਉਹਨਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਮੈਂ ਜਿੱਥੇ ਅਸੀਂ ਸਮਝਦੇ ਹਾਂ ਕਿ ਇਹ ਇੱਕ ਬਹੁਤ ਚੰਗਾ ਉਪਰਾਲਾ ਸੀ, ਉੱਥੇ ਜਿਵੇਂ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਦੱਸਿਆ ਕਿ ਉਹਨਾਂ ਨੇ ਅੰਦਰ ਜਾ ਕੇ ਉਸ ਤੋਂ ਪਹਿਲਾਂ ਜਦੋਂ ਤੱਕ ਰੈਲੀ ਸ਼ੁਰੂ ਹੁੰਦੀ ਹੈ ਜਿਹੜਾ ਇੱਕ ਮੇਨ ਸਾਊਥ ਸੈਂਟਰਲ ਅਮਰੀਕਨ ਕੰਟਰੀ ਹੈ ਪੈਰਾਗੁਏ ਔਰ ਇਸ ਦਾ ਜਿਹੜਾ ਐਂਬੈਸਡਰ ਹੈ UN ਦੇ ਵਿੱਚ, ਜਿਹਨੇ ਹੁਣ ਆਉਣ ਵਾਲੇ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਐਜ਼ ਏ ਰੋਟੇਸ਼ਨ ਮੈਂਬਰ ਜਿਹੜੇ ਬਣਦੇ ਨੇ ਉਹ ਬਣਨੇ, ਪਲੱਸ ਜਿਹੜਾ ਫਿਰ ਉਹਨਾਂ ਦਾ ਪ੍ਰਧਾਨਗੀ ਦਾ ਵੀ ਉਹਦੇ ਤੇ ਦਾਅਵਾ ਹੈ। ਇਹ ਛੋਟਾ ਜਿਹਾ ਮੁਲਕ ਹੈ ਪਰ ਔਰ 1811 ਦੇ ਵਿੱਚ ਹੋਂਦ ਦੇ ਵਿੱਚ ਆਇਆ। ਬੇਸ਼ੱਕ ਉਦੋਂ ਸਪੇਨ ਦੇ ਪਹਿਲਾਂ ਥੱਲੇ ਸੀ ਔਰ ਕਾਫੀ ਫਾਈਟ ਤੋਂ ਬਾਅਦ ਇੱਕ ਸਟੇਜ ਦੇ ਉੱਤੇ ਉਹਨਾਂ ਫਾਈਟਸ ਕਾਫੀ ਵੱਡੀ ਪੋਪੂਲੇਸ਼ਨ ਇਹਨਾਂ ਦੀ ਖਤਮ ਹੋਈ ਔਰ ਇਹ ਜਿਹੜਾ ਅਰਜਨਟੀਨਾ, ਬ੍ਰਾਜ਼ੀਲ ਔਰ ਬੋਲੀਵੀਆ ਇਹਦੇ ਵਿਚਕਾਰ ਹੈ। ਔਰ ਜਿਵੇਂ ਦੱਸਿਆ ਗਿਆ ਵੀ ਉਹਨਾਂ ਨੇ ਬਹੁਤ ਜਿਹੜੀ ਹੈ ਉਹ ਸਿੰਪੈਥੀ ਵੀ ਦਿਖਾਈ। ਉਹਨਾਂ ਨੇ ਕਿਹਾ ਕਿ ਜੀ ਉਹ ਇਸ ਇਸ਼ੂ ਨੂੰ ਲਿਆਣਗੇ ਕਿਉਂਕਿ ਸਿਕਿਉਰਿਟੀ ਕਾਉਂਸਲ ਇਸ ਲਈ ਇੰਪੋਰਟੈਂਟ ਹੈ ਕਿ ਅੱਜ ਦੀ ਜਿਹੜੀ ਰੈਲੀ ਸੀ ਉਹ ਇਨਫੈਕਟ UN ਸਿਕਿਉਰਿਟੀ ਕਾਉਂਸਲ ਨੂੰ ਐਡਰੈਸਡ ਸੀ ਔਰ ਅਸੀਂ ਆਪਣੇ ਦਰਸ਼ਕਾਂ ਦੇ ਗਿਆਤ ਲਈ ਦੱਸਦੇ ਹੀ ਹੈ ਕਿ ਇੱਕ ਤਾਂ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਜਿਵੇਂ 193 ਦੇਸ਼ ਨੇ ਉਹਨਾਂ ਦੇ ਨੁਮਾਇੰਦੇ ਨੇ ਜੀ, ਉਹਨਾਂ ਚੋਂ ਅੱਗੇ ਜਿਹੜੀ ਫਿਰ ਅਲਟੀਮੇਟਲੀ ਡਿਸੀਜਨ ਮੇਕਿੰਗ ਬਾਡੀ ਹੈ ਉਹਨੂੰ ਅਸੀਂ ਸੁਰੱਖਿਆ ਕਾਉਂਸਲ ਕਹਿੰਦੇ ਹਾਂ। ਉਸ ਦੇ 15 ਮੈਂਬਰ ਦੇਸ਼ ਹੁੰਦੇ ਨੇ, 15 ਦੇਸ਼ ਉਹਦੇ ਮੈਂਬਰ ਨੇ। 5 ਦੇਸ਼ ਜਿਹੜੇ ਨੇ ਉਹ ਪੱਕੇ ਉਹਦੇ ਮੈਂਬਰ ਹੁੰਦੇ ਨੇ ਜਿਨ੍ਹਾਂ ਨੂੰ ਵੀਟੋ ਵੀਲਡਿੰਗ ਮੈਂਬਰ ਕਹਿੰਦੇ ਨੇ ਔਰ ਉਹਦੇ 'ਚ ਇਹਨਾਂ 5 ਦੇ ਵਿੱਚ ਅਮਰੀਕਾ, ਰੂਸ, ਚੀਨ, ਫਰਾਂਸ, ਇੰਗਲੈਂਡ, ਇਹ 5 ਵੀਟੋ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਫੈਸਲਾ ਜਿਹੜਾ ਸਿਕਿਉਰਿਟੀ ਕਾਉਂਸਲ 'ਚ ਆਉਣਾ ਹੈ ਇਹਨਾਂ 5 ਚੋਂ ਜੇ ਇੱਕ ਦੇਸ਼ ਵੀ ਕਹੇ ਜੀ ਸਾਨੂੰ ਨਹੀਂ ਮਨਜ਼ੂਰ ਤੇ ਉਹ ਜਿਹੜਾ ਅੱਗੇ ਨਹੀਂ ਤੁਰਦਾ, ਉਹਨੂੰ ਵੀਟੋ ਕਰਨਾ ਕਹਿੰਦੇ ਨੇ। ਔਰ ਹੁਣ ਤੱਕ ਸੋਵੀਅਤ ਯੂਨੀਅਨ ਰਸ਼ੀਆ ਤੋਂ ਪਹਿਲਾਂ ਮੈਂਬਰ ਸੀ ਔਰ ਜਿਹੜਾ ਕਸ਼ਮੀਰ ਦਾ ਇਹਦੇ ਬਾਵਜੂਦ ਕਿ 17 ਰੈਜ਼ੋਲੂਸ਼ਨ ਨੇ ਬਹੁਤ ਵਾਰ ਉਹ ਇੰਪਲੀਮੈਂਟ ਇਸ ਲਈ ਨਹੀਂ ਹੋਇਆ ਕਿ ਇੰਡੀਆ ਦੇ ਬਿਹਾਫ ਤੇ ਸੋਵੀਅਤ ਯੂਨੀਅਨ ਉਹਨੂੰ ਵੀਟੋ ਕਰ ਦਿੰਦਾ ਸੀ। ਇਸੇ ਤਰ੍ਹਾਂ ਫਲਸਤੀਨ ਦੇ ਮੁੱਦੇ ਤੇ ਹੁਣ ਤੱਕ ਕੋਈ ਹੱਲ ਇਸ ਲਈ ਨਹੀਂ ਨਿਕਲਿਆ ਕਿਉਂਕਿ ਅਮਰੀਕਾ ਇਜ਼ਰਾਈਲ ਨੂੰ ਪ੍ਰੋਟੈਕਟ ਕਰਦਾ ਔਰ ਜਦੋਂ ਵੀ ਕੋਈ ਬਾਕੀ 4 ਦੇਸ਼ 'ਚ ਇੱਕ ਮੁੱਦੇ ਤੇ ਸਹਿਮਤ ਵੀ ਹੁੰਦੇ ਨੇ ਵੀਟੋ ਵਾਲੇ, ਅਮਰੀਕਾ ਉਹਨੂੰ ਵੀਟੋ ਕਰ ਦਿੰਦਾ ਹੈ। ਇਸ ਤਰੀਕੇ ਨਾਲ ਉਹਨਾਂ ਦਾ ਕੋਈ ਨਹੀਂ ਜਿਹੜਾ ਮਸਲਾ ਹੱਲ ਹੋਇਆ। ਸੋ 5 ਦੇਸ਼ ਤਾਂ ਪਰਮਾਨੈਂਟ ਵੀਟੋ ਵੀਲਡਿੰਗ ਮੈਂਬਰ ਨੇ। ਬਾਕੀ ਜਿਹੜੇ 10 ਦੇਸ਼ ਹੁੰਦੇ ਨੇ ਉਹ ਰੋਟੇਸ਼ਨ ਵਾਈਜ਼ ਆਉਂਦੇ ਨੇ, ਇਲੈਕਟ ਹੁੰਦੇ ਨੇ ਔਰ ਉਹਦੇ 'ਚ ਪਾਕਿਸਤਾਨ ਵੀ ਮੈਂਬਰ ਰਿਹਾ ਸਿਕਿਉਰਿਟੀ ਕਾਉਂਸਲ ਦਾ, ਉਹਨਾਂ ਦੇ ਵਿੱਚ ਇੰਡੀਆ ਵੀ ਰਿਹਾ, ਦੂਸਰੇ ਵੀ ਨੇ। ਸੋ ਕੁੱਲ ਮਿਲਾ ਕੇ ਜਿਹੜਾ ਅੱਜ ਦੀ ਰੈਲੀ ਦਾ ਲਬੇ ਲਬਾਬ ਸੀ ਉਹ UN ਸਿਕਿਉਰਿਟੀ ਕਾਉਂਸਲ ਨੂੰ ਐਡਰੈਸ ਸੀ ਔਰ ਜਿਹੜੀ ਕਰਾਰਦਾਤ ਮੈਮੋਰੈਂਡਮ ਰੂਪ ਦੇ ਵਿੱਚ ਦਿੱਤੀ ਗਈ
UN ਸਿਕਿਉਰਿਟੀ ਕੌਂਸਲ ਨੂੰ ਔਰ ਪੈਰਾਗੁਏ ਦੇ ਜਿਹੜੇ ਐਂਬੈਸਡਰ ਤੱਕ ਪਹੁੰਚਾਈ ਗਈ, ਮੈਂ ਉਹਦਾ ਕੁਝ ਹਿੱਸਾ ਕੋਈ 6 ਫॉर ਜਸਟਿਸ ਦੇ ਬਿਹਾਫ ਤੇ ਦਿੱਤੀ ਹੈ। ਉਹਦਾ ਉਹਨਾਂ ਨੇ ਸਬਜੈਕਟ ਕਿਹਾ ਰੈਫਰੈਂਸ ਹੈ ਮਾਊਂਟਿੰਗ ਟੈਂਸ਼ਨ ਔਨ ਪਾਕ ਇੰਡੀਆ ਬਾਰਡਰ, ਕਿ ਭਾਰਤ ਪਾਕਿਸਤਾਨ ਬਾਰਡਰ ਦੇ ਉੱਤੇ ਵੱਧ ਰਹੀ ਜਿਹੜੀ ਕਸ਼ੀਦਗੀ, ਔਰ ਕਾਲ UN ਸਿਕਿਉਰਿਟੀ ਕੌਂਸਲ ਮੀਟਿੰਗ ਟੂ ਸਟਾਪ ਇੰਡੀਆ ਫਰਮ ਟਰਨਿੰਗ ਦਾ ਸਿੱਖ ਹੋਮਲੈਂਡ ਪੰਜਾਬ ਇਨਟੂ ਬੈਟਲਫੀਲਡ, ਕਿ ਬਈ ਤੁਸੀਂ UN ਸਿਕਿਉਰਿਟੀ ਕੌਂਸਲ ਦੀ ਮੀਟਿੰਗ ਸੱਦੋ ਤਾਂ ਕਿ ਭਾਰਤ ਜਿਹੜਾ ਸਾਡੇ ਹੋਮਲੈਂਡ ਪੰਜਾਬ ਨੂੰ ਜੰਗ ਦੇ ਮੈਦਾਨ ਦੇ ਵਿੱਚ ਨਾ ਬਦਲ ਸਕੇ। ਔਰ ਉਹਦੇ 'ਚ 6 ਫॉर ਜਸਟਿਸ ਐਜ਼ ਐਨ NGO ਜਿਹੜੀ ਹੈ ਉਹ ਅਪੀਲ ਕਰ ਰਹੀ ਹੈ, ਔਰ ਉਹਦੇ 'ਚ ਇੱਕ ਹੈ about 30 million Sikhs around the world consider the Indian held Punjab as a homeland of Sikhism where the Golden Temple, the Vatican of the Sikh religion is located, ਕਿ 30 ਮਿਲੀਅਨ ਦੇ ਲਗਭਗ ਸਿੱਖ ਦੁਨੀਆ ਭਰ ਦੇ ਵਿੱਚ ਉਹ ਪੰਜਾਬ ਨੂੰ ਆਪਣਾ ਹੋਮਲੈਂਡ ਸਮਝਦੇ ਨੇ, ਭਾਰਤੀ ਕਬਜ਼ੇ ਵਾਲੇ ਪੰਜਾਬ ਨੂੰ, ਜਿੱਥੇ ਕਿ ਸਾਡਾ ਵੈਟੀਕਨ ਜਿਹੜਾ ਦਰਬਾਰ ਸਾਹਿਬ ਉਹ ਸਥਿਤ ਹੈ, ਮੌਜੂਦ ਹੈ। Since 1947 India has been pursuing its hawkish and jingoistic war policies with Pakistan at the cost of the Sikhs of Punjab। 1947 ਤੋਂ ਲੈ ਕੇ ਭਾਰਤ ਜਿਹੜਾ ਇੱਕ ਬੜੇ ਬੁਲੰਦ ਅੰਦਾਜ਼ ਔਰ ਜਿਹਨੂੰ ਕਹਿੰਦੇ ਨੇ ਭੜਕਾਊ ਔਰ ਭੁੜਕ ਕੇ ਜਿਹੜਾ ਹੈ ਉਹ ਜੰਗ ਦੀਆਂ ਨੀਤੀਆਂ ਪਾਕਿਸਤਾਨ ਦੇ ਖਿਲਾਫ ਲਾਗੂ ਕਰਦਾ ਰਿਹਾ, ਔਰ ਉਸ ਦਾ ਖਮਿਆਜ਼ਾ ਪੰਜਾਬ ਨੂੰ ਜਿੱਥੇ ਸਿੱਖ ਵਸਦੇ ਨੇ ਭੁਗਤਣਾ ਪਿਆ ਆਲਵੇਜ਼, because of which Punjab has suffered several bloodsheds and wars during the past several decades। ਨਤੀਜੇ ਦੇ ਤੌਰ ਤੇ ਪਿਛਲੇ ਕਈ ਦਹਾਕਿਆਂ ਦੇ ਵਿੱਚ ਪੰਜਾਬ ਨੇ ਬੜੀ ਬੁਰੀ ਤਰ੍ਹਾਂ ਜਿਹੜਾ ਉਸ ਦਾ ਜਿਹੜੀ ਹੈ ਉਹ ਪੀੜ ਝੱਲੀ ਹੈ, ਔਰ ਉਸ ਦਾ ਜਿਹੜਾ ਹੈ ਬਹੁਤ ਸਾਰਾ ਖੂਨ ਖਰਾਬਾ ਪੰਜਾਬ ਦੀ ਧਰਤੀ ਤੇ ਹੋਇਆ। From 1965 and 1971 Indo-Pak wars which were mainly fought on the lands and fields of Punjab, ਖਾਸ ਤੌਰ ਤੇ 1965 ਤੇ 1971 ਦੀਆਂ ਜੰਗਾਂ ਭਾਰਤ ਪਾਕਿਸਤਾਨ ਵਿਚਾਲੇ ਜਿਹੜੀਆਂ ਪੰਜਾਬ ਦੀ ਧਰਤੀ ਪੰਜਾਬ ਦੇ ਖੇਤਾਂ ਦੇ ਵਿੱਚ ਲੜੀਆਂ ਗਈਆਂ। Now again for the past several weeks Indian government is creating massive military built-up in the state of Punjab on the pretext of its conflict with neighbouring nuclear armed Pakistan। ਹੁਣ ਫੇਰ ਪਿਛਲੇ ਕਈ ਹਫ਼ਤਿਆਂ ਤੋਂ ਭਾਰਤ ਸਰਕਾਰ ਬਹੁਤ ਜ਼ਿਆਦਾ ਜਿਹੜਾ ਮਿਲਟਰੀ ਬਿਲਟਅਪ ਕਰ ਰਹੀ ਹੈ ਪੰਜਾਬ ਦੇ ਵਿੱਚ, ਇਸ ਬਹਾਨੇ ਦੇ ਨਾਲ ਕਿ ਜੀ ਜਿਹੜਾ ਗਵਾਂਢੀ ਦੇਸ਼ ਜਿਹਦੇ ਕੋਲ ਨਿਊਕਲੀਅਰ ਹਥਿਆਰ ਨੇ ਪਾਕਿਸਤਾਨ, ਉਸ ਦੇ ਨਾਲ ਟੱਕਰ ਲੈਣੀ ਹੈ। ਸਿੱਖਸ ਆਫ ਪੰਜਾਬ ਹੈਵ ਆਲਰੇਡੀ ਸਟਾਰਟਡ ਸਫਰਿੰਗ ਫਰਮ ਇੰਡੀਆਜ਼ ਮਿਲਟਰੀ ਬਿਲਟਅਪ ਇਨ ਪੰਜਾਬ। ਪੰਜਾਬ ਦੇ ਸਿੱਖ ਪਹਿਲਾਂ ਹੀ ਜਿਹੜਾ ਭਾਰਤ ਦਾ ਮਿਲਟਰੀ ਬਿਲਟਅਪ ਹੋ ਰਿਹਾ ਉਸ ਤੋਂ ਸਫਰ ਕਰ ਰਹੇ ਨੇ, which has forced thousands of Sikh farmers to evacuate from their farms, turning them into refugees in their ancestral homeland। ਜਿਸ ਦਾ ਨਤੀਜਾ ਹੈ ਕਿ ਹਜ਼ਾਰਾਂ ਦੀ ਗਿਣਤੀ ਸਿੱਖ ਕਿਸਾਨ ਜਿਹੜੇ ਨੇ ਉਹ ਆਪਣੇ ਜ਼ਮੀਨਾਂ ਤੋਂ ਬੇਦਖਲ ਨੇ, ਔਰ ਉਹਨਾਂ ਨੂੰ ਆਪਣੀ ਧਰਤੀ ਦੇ ਉੱਤੇ ਹੀ ਜਿਹੜਾ ਹੈ ਉਹ ਰਿਫਿਊਜੀ ਬਣਾ ਦਿੱਤਾ। ਉਤੋਂ ਜ਼ਮੀਨਾਂ ਚੋਂ ਕੱਢ ਕੇ ਜਿਹੜਾ 10 ਕਿਲੋਮੀਟਰ ਬਾਹਰ ਲਿਆ ਕੇ ਜੀ ਆ ਕੈਂਪਾਂ 'ਚ ਬੈਠੋ, ਤੁਸੀਂ ਉੱਥੇ ਨਹੀਂ ਜਾ ਸਕਦੇ ਜੀ। Over 3.5 million people reside in nearly 2,000 villages which are located close to international border in Indian Punjab। ਲਗਭਗ 35 ਲੱਖ ਲੋਕ 2000 ਪਿੰਡਾਂ ਦੇ ਉਹਨਾਂ ਇਲਾਕਿਆਂ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਜਿਹੜਾ ਭਾਰਤ ਪਾਕਿਸਤਾਨ ਦਾ ਉੱਥੇ ਰਹਿੰਦੇ ਨੇ। ਲਾਈਫ ਇਨ ਦਾ ਬਾਰਡਰ ਵਿਲੇजेस which was already harsh due to bad roads, lack of good hospitals and schools, and now it is worsened due to Indian military built up and forced evacuation of civilian population। ਕਿ ਪਹਿਲਾਂ ਹੀ ਇਹ ਜਿਹੜੇ ਬਾਰਡਰ ਇਲਾਕੇ ਦੇ ਪਿੰਡ ਨੇ ਇਹਨਾਂ ਦੇ ਵਿੱਚ ਜ਼ਿੰਦਗੀ ਬੜੀ ਟਫ ਹੈ, ਕਿਉਂਕਿ ਮਾੜੀਆਂ ਸੜਕਾਂ ਨੇ, ਕੋਈ ਚੰਗੇ ਹਸਪਤਾਲ ਨਹੀਂ ਨੇ, ਸਕੂਲ ਨਹੀਂ ਨੇ, ਔਰ ਹੁਣ ਜਦੋਂ ਦਾ ਇਹ ਫੌਜੀ ਬਿਲਟਅਪ ਹੋਇਆ ਇਸ ਨਾਲ ਹੋਰ ਵੀ ਬਦਤਰ ਹੋਈ ਹੈ, ਖਾਸ ਤੌਰ ਤੇ ਜਦੋਂ ਕਿ ਲੋਕਾਂ ਨੂੰ ਆਪਣੇ ਘਰਾਂ ਚੋਂ ਜਿਹੜਾ ਉਜਾੜਿਆ ਗਿਆ। ਔਰ ਉਸ ਤੋਂ ਬਾਅਦ ਕਿ ਕਿਵੇਂ ਮਿਲਟਰੀ ਬਿਲਟਅਪ ਕੀਤਾ ਹੈ BBC ਦੀ ਕੋਟ ਪੂਰੀ ਦਿੱਤੀ ਹੈ। ਫਿਰ ਕਨਕਲੂਜਨ 'ਚ ਕਿਹਾ ਹੈ ਇੰਡੀਆਜ਼ ਜਿੰਗੋਇਸਟਿਕ ਵਾਰ ਵਿਦ ਪਾਕਿਸਤਾਨ which she intends to pursue at the cost of Sikh people, their lands and lives, is becoming a human tragedy of mammoth proportions। ਜਿਹੜਾ ਭਾਰਤ ਦਾ ਜੰਗ ਦੇ ਲਈ ਇਹ ਭੁੜਕਣ ਹੈ, ਜਿਹੜਾ ਅਲਟੀਮੇਟਲੀ ਜਿਹੜਾ ਸ਼ਿਕਾਰ ਨੇ ਔਰ ਸਫਰਰ ਨੇ, ਜਿਹੜੇ ਵਿਕਟਮ ਨੇ, ਉਹ ਸਿੱਖ ਕੌਮ ਹੋਏਗੀ, ਉਹਨਾਂ ਦੀ ਧਰਤੀ ਹੋਏਗੀ, ਉਹਨਾਂ ਦੀਆਂ ਜ਼ਿੰਦਗੀਆਂ ਹੋਣਗੀਆਂ, ਔਰ ਇਹ ਇੱਕ ਬਹੁਤ ਵੱਡੇ ਲੈਵਲ ਦੀ ਜਿਹੜੀ ਹੈ ਉਹ ਇਨਸਾਨੀ ਟ੍ਰੈਜਡੀ ਜਿਹੜੀ ਹੈ, ਹਿਊਮਨ ਟ੍ਰੈਜਡੀ ਹੋਏਗੀ। ਕਿਉਂਕਿ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਕਿ ਕੋਈ ਵੀ ਜਿਹੜਾ ਟਕਰਾਅ ਹੈ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ, ਇਹ ਰਵਾਇਤੀ ਹਥਿਆਰਾਂ ਤੱਕ ਮਹਿਦੂਦ ਨਹੀਂ ਰਹੇਗਾ, ਔਰ ਇਹ ਅਲਟੀਮੇਟਲੀ ਨਿਊਕਲੀਅਰ ਜਿਹੜੀ ਹੈ ਖਾਨਾ ਜੰਗੀ ਉੱਥੇ ਕਰਵਾਏਗਾ, ਜਿਹਦਾ ਮਤਲਬ ਹੋਏਗਾ ਮੁਕੰਮਲ ਤਬਾਹੀ। ਔਰ ਐਂਡ 'ਚ ਕਿਹਾ
as the community which is being directly and adversely affected by India's recent military built-up, we urge you to call the Security Council meeting to stop India from turning the state of Punjab into battlefield. ਇੱਕ ਕੌਮ ਦੇ ਤੌਰ ਤੇ ਜਿਹੜੀ ਕਿ ਇਸ ਕਿਸੇ ਵੀ ਸੰਭਾਵੀ ਜੰਗ ਔਰ ਮਿਲਟਰੀ ਜਿਹੜੀ ਬਿਲਟ-ਅਪ ਹੈ ਉਹਦੇ 'ਚ ਸਿੱਧੇ ਤੌਰ ਤੇ ਔਰ ਬਹੁਤ ਬੁਰੇ ਢੰਗ ਨਾਲ ਪ੍ਰਭਾਵਿਤ ਹੋ ਰਹੀ ਹੈ, ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਫੌਰਨ ਸਿਕਿਉਰਿਟੀ ਕੌਂਸਲ ਸੁਰੱਖਿਆ ਕੌਂਸਲ ਦੀ ਮੀਟਿੰਗ ਸੱਦੋ ਤਾਂ ਕਿ ਭਾਰਤ ਸਰਕਾਰ ਜਿਹੜੀ ਕਿ ਪੰਜਾਬ ਨੂੰ ਇੱਕ ਜੰਗ ਦਾ ਮੈਦਾਨ ਬਣਾਉਣ ਤੇ ਤੁਲੀ ਹੋਈ ਹੈ ਉਸ ਨੂੰ ਰੋਕਿਆ ਜਾ ਸਕੇ। ਔਰ ਗੁਰਪਤਵੰਤ ਸਿੰਘ ਪੰਨੂ ਲੀਗਲ ਐਡਵਾਈਜ਼ਰ ਸਿੱਖਸ ਫॉर ਜਸਟਿਸ ਦੇ ਬਿਹਾਫ ਤੇ ਇਹ ਜਿਹੜੀ 30 ਮਿਲੀਅਨ ਸਿੱਖ ਕੌਮ ਦੀ ਆਵਾਜ਼ ਹੈ ਇਹ UN ਸਿਕਿਉਰਿਟੀ ਕੌਂਸਲ ਦੇ ਤੱਕ ਜਿਹੜੀ ਹੈ ਉਹ ਪਹੁੰਚਾਈ ਗਈ ਹੈ। ਸੋ ਅਸੀਂ ਬਾਕੀ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਕਿ ਵੀ ਜੇ ਮੈਂ ਹੋਰ ਹੁਣ ਵੇਰਵੇ ਦੱਸੇ ਤਾਂ ਤੁਸੀਂ ਕਹਿੰਦੇ ਹੋ ਕਿ ਸਸਪੈਂਸ ਖਤਮ ਹੋ ਗਿਆ। ਸੋ ਅਸੀਂ ਇਹ ਜ਼ਰੂਰ ਰਿਕਮੈਂਡ ਕਰਾਂਗੇ ਕਿਉਂਕਿ ਉਹਦੇ 'ਚ 1-to-1 ਇੰਟਰਵਿਊ ਵੀ ਨੇ ਜਿਹੜੇ ਸ਼ੁਰੂਆਤੀ ਦੌਰ ਦੇ ਨੇ, ਉਸ ਰੈਲੀ ਦੀ ਕਵਰੇਜ ਹੈ, ਸਪੀਚਸ ਨੇ ਔਰ ਹੁਣ ਮੈਂ ਦੱਸਣਾ ਨਹੀਂ ਹੈ ਵੀ ਉਹਦੇ ਸਪੀਚਸ ਕੌਣ ਕੌਣ ਬੋਲਿਆ ਕੀ ਨਹੀਂ ਬੋਲਿਆ ਜੀ, ਉਹ ਆਪੇ ਦੇਖਣਗੇ ਸਾਡੇ ਦਰਸ਼ਕ, ਪਰ ਜ਼ਰੂਰ ਜਿਹੜਾ ਇਸ ਨੂੰ ਇੰਜੋਏ ਕਰੋ ਜੀ। ਡਾਕਟਰ ਸਾਹਿਬ ਇਸ ਤਰ੍ਹਾਂ ਨਾ ਬ੍ਰੇਕ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।